फिर 22 ਦੀ ਰੱਖੜੀ ਨਿਭਾ ਕੇ 23 ਨੂੰ ਪੂਰੇ ਪੰਜਾਬ ਬੰਦ ਕਰ ਦਾਂਗੇ ਕਿਉਂਕਿ 32 ਕਿਸਾਨ ਜਥੇਬੰਦੀਆਂ ਦਾ ਇਹ ਨਾਰਾ ਵਾ ਵੀ ਗੰਨੇ ਦਾ ਰੇਟ ਜਿਹੜਾ ਵਾ ਘੱਟੋ ਘੱਟ 400 ਰੁਪਇਆ ਕੀਤਾ ਜਾਵੇ। ਅੱਜ ਸਾਡੇ ਜਵਾਨ ਵੀ ਮਰ ਰਹੇ ਆ ਬਾਰਡਰਾਂ ਤੇ, ਸਾਡਾ ਕਿਸਾਨ ਖੇਤਾਂ 'ਚ ਮਰ ਰਿਹਾ। ਜਿਹੜਾ ਰੱਖੜੀ ਦਾ ਤਿਉਹਾਰ ਆ ਉਹ ਅਸੀਂ ਇੱਥੇ ਧਰਨੇ ਵਿੱਚ ਹੀ ਮਨਾਵਾਂਗੇ, ਜਿਵੇਂ ਅਸੀਂ ਦਿੱਲੀ ਦੀਆਂ ਬਰੂਆਂ ਤੇ ਬੈਠਿਆਂ ਨੇ ਹਰ ਇੱਕ ਤਿਉਹਾਰ ਮਨਾਇਆ। ਜੇ 10-10 ਪੈਨਸ਼ਨ ਇਹਨਾਂ ਨੂੰ ਮਿਲ ਸਕਦੀਆਂ, ਆ ਕਿਸਾਨਾਂ ਨਾਲ ਕਿਉਂ ਮਤਰਾਈ ਮਾਲ ਰਸਤਾ ਆ? ਜੀ ਸਰਕਾਰਾਂ ਦੀ ਇੱਕੋ ਹੀ ਨੀਤ ਆ ਵੀ ਕਿਸਾਨ ਮਾਰ ਦਿਓ। ਸੋ ਸਾਡੀ ਲੜਾਈ ਬੀਜੇਪੀ ਕਾਂਗਰਸ ਅਕਾਲੀਆਂ ਖਿਲਾਫ ਨਹੀਂ, ਇਹ ਜਿਹੜਾ ਭ੍ਰਿਸ਼ਟ ਹੋ ਚੁੱਕਾ ਸਿਸਟਮ ਆ ਉਹਦੇ ਖਿਲਾਫ ਹੈ। ਸਿਆਸੀ ਪਾਰਟੀਆਂ ਲਾ ਲਓ, ਅਕਾਲੀ ਦਲ ਲਾ ਲਓ, ਬੀਜੇਪੀ ਲਾ ਲਓ, ਆਮ ਪਾਰਟੀ ਲਾ ਲਓ, ਸਾਰਿਆਂ ਦੀ ਨੀਤ ਇੱਕੋ ਹੀ ਆ ਵੀ ਕਾਰਪੋਰੇਟ ਨੂੰ ਪਾਲੋ ਕਿਉਂਕਿ ਕਾਰਪੋਰੇਟ ਸਾਰੀਆਂ ਪਾਰਟੀਆਂ ਨੂੰ ਪੈਸੇ ਦਿੰਦੇ ਆ। 15,000 ਰੁਪਈਆ ਮਹੀਨਾ ਇੱਕ ਟੈਲੀਫੋਨ ਦਾ ਬਿੱਲ ਇੱਕ MLA ਲੈ ਰਿਹਾ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ 20 ਅਗਸਤ ਤੋਂ ਕਿਸਾਨਾਂ ਵੱਲੋਂ ਗੰਨੇ ਦੇ ਰੇਟਾਂ ਨੂੰ ਲੈ ਕੇ ਪੱਕਾ ਧਰਨਾ ਜਲੰਧਰ ਦੇ ਵਿੱਚ ਵੀ ਲਗਾਇਆ ਗਿਆ ਸੀ। ਧੰਨੋ ਵਾਲੀ ਫਾਟਕ ਦੇ ਉੱਤੇ ਜੋ ਨੈਸ਼ਨਲ ਹਾਈਵੇ ਹੈ ਦਿੱਲੀ ਨੂੰ ਜਾਂਦਾ ਹੈ, ਜਲੰਧਰ ਤੋਂ ਨਿਕਲਦਾ ਹੈ ਲੁਧਿਆਣਾ ਬਾਈਪਾਸ ਰੋਡ ਦੇ ਉੱਤੇ, ਜੋ ਕਿ ਇਹ ਧਰਨਾ ਲਗਾਇਆ ਗਿਆ ਹੈ। ਗੰਨੇ ਦੇ ਰੇਟਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਨਾਲ ਪਹਿਲੇ ਹੀ ਮੱਥਾ ਲਾਇਆ ਗਿਆ ਸੀਗਾ ਕਿ ਉਹਨਾਂ ਦੇ ਗੰਨੇ ਦੇ ਰੇਟਾਂ ਦਾ ਜੋ ਵਾਅਦਾ ਕੀਤਾ ਜਾਵੇ, ਜਿਸ ਕਾਰਨ ਕਿਸਾਨਾਂ ਦੇ ਜੋ ਨੇ 200 ਕਰੋੜ ਦੇ ਤਕਰੀਬਨ ਜੋ ਪੈਸਾ ਹੈ ਇਹ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਕੋਲ ਬਕਾਇਆ ਬਾਕੀ ਹੈ, ਉਹ ਵੀ ਜਾਰੀ ਕਰਨ ਦੇ ਲਈ ਕਿਹਾ ਗਿਆ ਸੀਗਾ। ਪਰ ਸਰਕਾਰਾਂ ਜੋ ਇਸ ਚੀਜ਼ ਨੂੰ ਨਹੀਂ ਮੰਨ ਰਹੀਆਂ, ਉਸ ਚੀਜ਼ ਨੂੰ ਲੈ ਕੇ ਕਿਸਾਨਾਂ ਵੱਲੋਂ 20 ਅਗਸਤ ਨੂੰ ਪੱਕੇ ਧਰਨੇ ਦਾ ਆਗਾਜ਼ ਕਰ ਦਿੱਤਾ ਗਿਆ ਸੀ। ਅੱਜ ਦੂਸਰਾ ਦਿਨ ਹੈ, ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਉੱਥੇ ਹੀ ਜਲੰਧਰ ਦੇ ਵਿੱਚ ਵੀ ਦਿੱਲੀ ਵਾਲਾ ਮਾਹੌਲ ਦਿਖਦਾ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਸਿੰਘੂ ਬਾਰਡਰ ਦੇ ਉੱਤੇ ਵੀ ਇਹ ਅਜਿਹਾ ਹੀ ਰਸ਼ ਸੀਗਾ ਕਿ ਉੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀਗਾ, ਕਿਉਂਕਿ ਪੱਕਾ ਧਰਨਾ ਜੋ ਕਿਸਾਨਾਂ ਵੱਲੋਂ ਲਾ ਦਿੱਤਾ ਗਿਆ। ਉਸ ਚੀਜ਼ ਨੂੰ ਦੇਖਦੇ ਹੋ ਕਿ ਇਹ ਸਵੇਰ ਦਾ ਟਾਈਮ ਹੈ, ਲੰਗਰ ਪ੍ਰਸ਼ਾਦੇ ਦਾ ਵੀ ਇੱਥੇ ਇੰਤਜ਼ਾਮ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਕਿਸਾਨ ਭਰਾ ਜਾਂ ਜੋ ਵੀ ਇੱਥੋਂ ਲੰਘਣ ਵਾਲੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ। ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ। ਤੁਹਾਡੇ ਵੱਲੋਂ ਜਿਵੇਂ ਐਲਾਨ ਕੀਤਾ ਗਿਆ ਸੀਗਾ ਕਿ ਗੰਨੇ ਦੇ ਰੇਟਾਂ ਨੂੰ ਲੈ ਕੇ ਸਰਕਾਰ ਨਹੀਂ ਮੰਨ ਰਹੀ ਤੁਹਾਡੀਆਂ ਮੰਗਾਂ ਨੂੰ, ਕੱਲ ਵੀ ਮੀਟਿੰਗ ਹੋਈ ਆ, ਕੋਈ ਸਿੱਟਾ ਨਹੀਂ ਨਿਕਲਿਆ, ਹੁਣ ਪੱਕੇ ਧਰਨੇ ਦੇ ਉੱਤੇ ਬੈਠ ਗਏ ਹੋਏ ਨੇ ਤੁਸੀਂ ਇੱਥੇ, ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਪ੍ਰਤੀ? ਕਿਸਾਨਾਂ ਵੱਲੋਂ ਕੌਲ ਹੀ ਵੀ 20 ਤਰੀਕ ਤੋਂ ਪਹਿਲੋਂ ਗੰਨੇ ਦਾ ਰੇਟ ਜਿਹੜਾ ਉਹ ਘੱਟੋ ਘੱਟ 400 ਰੁਪਈਆ ਕੀਤਾ ਜਾਵੇ। ਇਹ ਤੋਂ ਪਹਿਲਾਂ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਹੋਏ ਸਾਰੇ। ਉਹਦੇ ਸੰਬੰਧ ਵਿੱਚ ਜਦੋਂ ਸਰਕਾਰ ਨੇ ਕੁਝ ਨਹੀਂ ਕੀਤਾ, ਫਿਰ ਅਸੀਂ 20 ਤਰੀਕ ਦਾ ਜਿਹੜਾ ਸਾਡਾ ਧਰਨਾ ਲਿਖਿਆ ਹੋਇਆ ਸੀ, ਧਰਨਾ ਲਾਤਾ। ਸਾਡਾ ਕੱਲ ਲਿਖਿਆ ਵੀ 4 ਵਜੇ ਤੱਕ ਜੇ ਸਰਕਾਰ ਸਾਡੀ ਕੋਈ ਮੰਗ ਲੈਂਦੀ ਆ ਠੀਕ ਆ, ਜੇ ਨਹੀਂ ਮੰਨੂਗੀ ਫਿਰ ਅਸੀਂ ਰੇਲਵੇ ਟਰੈਕ ਰੋਕਾਂਗੇ। ਰੇਲਵੇ ਟਰੈਕ ਵੀ ਰੋਕਤਾ ਅਸੀਂ। ਹੁਣ ਸਰਕਾਰ ਦੀ ਮਰਜ਼ੀ ਆ ਵੀ ਇਹਨੇ ਅਗਲੀ ਕੀ ਕਰਨੀ, ਸਾਡੇ ਨਾਲ ਕੀ ਰਣਨੀਤੀ ਇਹਦੀ ਹੈ, ਸਰਕਾਰ ਦੀ ਅਗਲੀ ਨੀਤ ਕੀ ਆ। ਜੇ ਸਰਕਾਰ ਅੱਜ ਦਾ ਦਿਨ ਸਾਨੂੰ ਲਮਕਾਊਗੀ ਹੋਰ, ਫਿਰ ਅੱਗੇ ਰੱਖੜੀ ਦਾ ਤਿਉਹਾਰ ਦੇ ਕਰਕੇ ਥੋੜ੍ਹਾ ਜਿਹਾ ਅਸੀਂ ਬਾਕੀ ਟੂਲਾਂ ਦੇ ਅਜੇ ਬਾਕੀ ਥਾਵਾਂ 'ਤੇ ਢਿੱਲ ਦਿੱਤੀ ਹੈ ਵੀ ਰੱਖੜੀ ਦੇ ਤਿਉਹਾਰ 'ਤੇ ਸਾਡੇ ਜਿਹੜੇ ਆਪਣੀ ਪਬਲਿਕ ਜਿਹੜੀ ਤੰਗ ਹੋਣੀ ਆ। ਫਿਰ 22 ਦੀ ਰੱਖੜੀ ਨਿਭਾ ਕੇ 23 ਨੂੰ ਪੂਰੇ ਪੰਜਾਬ ਬੰਦ ਕਰ ਦਾਂਗੇ ਕਿਉਂਕਿ 32 ਕਿਸਾਨ ਜਥੇਬੰਦੀਆਂ ਦਾ ਇਹ ਨਾਰਾ ਵਾ ਵੀ ਗੰਨੇ ਦਾ ਰੇਟ ਜਿਹੜਾ ਵਾ ਘੱਟੋ ਘੱਟ 400 ਰੁਪਇਆ ਕੀਤਾ ਜਾਵੇ। ਅੱਜ ਦਾ ਦਿਨ ਸਰਕਾਰ ਨੂੰ ਵੇਟ ਕਰਾਂਗੇ, ਅਗਲੀ ਰਣਨੀਤੀ ਹੋਰ ਤਿੱਖੀ ਕਰਾਂਗੇ ਤੇ ਇਹਦੀਆਂ ਸਰਕਾਰ ਦੇ 4 ਸਪਰੋਂ ਸਾਹ ਬੰਦ ਕਰ ਦਾਂਗੇ, ਕਿਉਂਕਿ ਪੰਜਾਬ ਦੇ ਵਿੱਚ 70% ਲੋਕ ਸਾਡੇ ਅਜੇ ਵੀ ਇੱਥੇ ਹੀ ਆ, 25-30% ਅਸੀਂ ਦਿੱਲੀ ਬੈਠੇ ਆ। ਇਹ ਨਾ ਸੋਚਣ ਵੀ ਇਹ ਦਿੱਲੀ ਚਲੇ ਗਏ ਆ। ਤੇ ਜਿੱਥੇ ਅਸੀਂ ਕਾਲ ਕਰਾਂਗੇ ਸਾਰੇ ਥਾਵਾਂ ਤੇ ਸਾਡੇ ਟੂਲਾਂ ਦੇ ਬੰਦੇ ਬੈਠੇ ਆ, ਟੂਲ ਬੰਦ ਕਰਕੇ ਸਾਰੇ ਟ੍ਰੈਫਿਕ ਜਿਹੜੇ ਆ ਜਾਮ ਕਰ ਦਾਂਗੇ ਜੇ ਅੱਜ ਇਹਨਾਂ ਨੇ ਸਾਡੀ ਮੰਗ ਨਾ ਮੰਨੀ ਤੇ। ਕਿਸਾਨ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਮੰਗਾਂ ਨੂੰ ਲੈ ਕੇ, ਚਾਹੇ ਤਿੰਨੇ ਕਾਲੇ ਕਾਨੂੰਨ ਹੋਣ, ਦਿੱਲੀ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਜਾਰੀ ਨੇ, ਹੁਣ ਪੰਜਾਬ ਦੇ ਵਿੱਚ ਵੀ ਗੰਨੇ ਦੇ ਰੇਟਾਂ ਨੂੰ ਲੈ ਕੇ ਹੋ ਗਿਆ। ਸਰਕਾਰਾਂ ਕਿਉਂ ਨਹੀਂ ਸੁਣ ਰਹੀਆਂ? ਨਾ ਹੀ ਸੈਂਟਰ ਸਰਕਾਰ ਸੁਣ ਰਹੀ ਹੈ, ਨਾ ਹੀ ਪੰਜਾਬ ਸਰਕਾਰ ਸੁਣ ਰਹੀ ਹੈ। ਵੇਖੋ ਜੀ, ਸਰਕਾਰਾਂ ਦੀ ਇੱਕੋ ਹੀ ਨੀਤ ਆ ਵੀ ਕਿਸਾਨ ਮਾਰ ਦਿਓ, ਪਰ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਕਿਸਾਨ ਮਰ ਗਏ ਨਾ ਤੇ ਤੁਹਾਨੂੰ ਵੀ ਕਿਸੇ ਨੇ ਪਿੰਡਾਂ 'ਚ ਨਹੀਂ ਨਿਕਲ ਦੇਣਾ। ਸਿਆਸਤ ਤੁਸੀਂ ਇਹਨਾਂ ਕਿਸਾਨਾਂ ਦੇ ਸਿਰ ਤੇ ਕਰਦੇ ਹੀ ਹੋ, ਪਰ ਦੋ ਸਰਕਾਰਾਂ ਦੀ ਪਾਲਿਸੀ ਹੋਈ ਆ ਵੀ ਕੋਆਪਰੇਟਿਵ ਨੂੰ ਪਾਲਣਾ, ਕਿਸ ਤਰ੍ਹਾਂ ਵੀ ਪਾਲੀਏ, ਕਿਉਂਕਿ ਕੋਆਪਰੇਟਿਵ ਨੂੰ ਪਾਲਣ ਵਾਸਤੇ ਉਹ ਦਿੰਦੇ ਇਹਨਾਂ ਨੂੰ ਪੈਸੇ। ਅਸੀਂ ਇਹਨਾਂ ਕੋਲ ਮੰਗਦੇ ਹਾਂ ਆਪਣਾ ਹੱਕ, ਸਾਈਂ ਤਾਂ ਨਹੀਂ ਚੰਗੇ ਲੱਗਦੇ ਕਿਉਂਕਿ ਉਹ ਇਹਨਾਂ ਨੂੰ ਬੋਰੀਆਂ ਭਰ ਇਹਨਾਂ ਦੇ ਘਰ ਪਹੁੰਚਾਉਂਦੇ ਆ ਤੇ ਅਸੀਂ ਸਿਰਫ ਆਪਣਾ ਹੱਕ ਮੰਗਦੇ ਵੀ ਸਾਡੀ ਫਸਲ ਦਾ ਰੇਟ ਜਿਹੜਾ ਉਹ ਸਹੀ ਦਿੱਤਾ ਜਾਵੇ। ਅਸੀਂ ਆਪਣੀ ਫਸਲ ਦਾ ਰੇਟ ਮੰਗਦੇ, ਕੋਈ ਵਾਧੂ ਚੀਜ਼ ਨਹੀਂ ਮੰਗਦੇ। ਇਹ ਕਰਕੇ ਸਰਕਾਰਾਂ ਦੀ ਨੀਤ ਬਹੁਤ ਮਾੜੀ ਆ
ਸਰਕਾਰਾਂ ਦਾ ਰਵੱਈਆ ਮਾੜਾ ਵਾ। ਦੋਵੇਂ ਤਿੰਨੇ ਸਰਕਾਰਾਂ ਜਿੰਨੀਆਂ ਵੀ ਹੈਗੀਆਂ, ਦੋ ਸਰਕਾਰਾਂ, ਇੱਕ ਪੰਜਾਬ ਦੀ ਇੱਕ ਸੈਂਟਰ ਦੀ, ਇਹ ਆਪੋ 'ਚੋਂ ਹੀ ਰਲੀਆਂ। ਬਾਕੀ ਜਿੰਨੀਆਂ ਪਾਰਟੀਆਂ ਵਾ ਕੰਮ ਕਰਨ ਦੀਆਂ, ਇਹ ਸਿਆਸੀ ਪਾਰਟੀਆਂ ਲਾ ਲਓ, ਅਕਾਲੀ ਦਲ ਲਾ ਲਓ, ਬੀਜੇਪੀ ਲਾ ਲਓ, ਆਮ ਪਾਰਟੀ ਲਾ ਲਓ, ਸਾਰਿਆਂ ਦੀ ਨੀਤ ਇੱਕੋ ਹੀ ਆ ਵੀ ਕਾਰਪੋਰੇਟ ਨੂੰ ਪਾਲੋ, ਕਿਉਂਕਿ ਕਾਰਪੋਰੇਟ ਸਾਰੀਆਂ ਪਾਰਟੀਆਂ ਨੂੰ ਪੈਸੇ ਦਿੰਦੇ ਆ। ਇਹ ਕਰਕੇ ਜੇ ਆਪਣਾ ਹੱਕ, ਸਾਡਾ ਜਿਹੜਾ ਹੱਕ ਵਾ ਉਹ ਮੰਗਿਆ ਨਹੀਂ ਸਾਨੂੰ ਮਿਲਦਾ, ਫਿਰ ਸਾਨੂੰ ਹਾਰ ਕੇ ਸਾਡੇ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਇਹਨਾਂ ਸੜਕਾਂ ਤੇ ਬਹਿਣਾ ਪੈਂਦਾ। ਅਸੀਂ ਸਾਨੂੰ ਕੋਈ ਗੱਲ ਨਹੀਂ, 9 ਮਹੀਨੇ ਸੜਕਾਂ 'ਤੇ ਹੋ ਕੇ ਬੈਠਿਆਂ ਨੂੰ, ਦਿੱਲੀ 'ਚ ਬੈਠੇ ਆ, ਇੱਥੇ ਵੀ ਬਵਾਂਗੇ ਜਿੰਨਾ ਚਿਰ ਸਾਡਾ ਹੱਕ ਨਾ ਦੇਣਗੇ ਉਹਨਾਂ ਚਿਰ ਮੈਦਾਨ ਲਾ ਕੇ ਰੱਖਾਂਗੇ। ਸਿਆਸੀ ਲੋਕਾਂ ਨੂੰ ਕਿਵੇਂ ਦੇਖਦੇ ਹੋ ਕਿ ਆਮ ਪਬਲਿਕ ਹੀ ਵੋਟ ਪਾ ਕੇ ਇਹਨਾਂ ਨੂੰ ਕੁਰਸੀ ਤੱਕ ਪਹੁੰਚਾ ਦਿੰਦੀ ਹੈ, ਕੁਰਸੀ ਤੱਕ ਪਹੁੰਚ ਕੇ ਉਹ ਫੇਰ ਆਮ ਪਬਲਿਕ ਨੂੰ ਹੀ ਭੁੱਲ ਜਾਂਦੇ ਨੇ, ਕਿਉਂਕਿ ਆਪਾਂ ਸਾਰੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਉੱਤੇ ਬਿਠਾਇਆ, ਆਪਣੀ ਉਹ ਗੱਲ ਨਹੀਂ ਸੁਣ ਰਹੇ। 9 ਮਹੀਨੇ ਦਿੱਲੀ ਦੇ ਵਿੱਚ ਹੋ ਗਏ, ਹੁਣ ਇੱਥੇ ਕੀ ਪਤਾ ਕਦੋਂ ਤੱਕ ਹੱਲ ਹੁੰਦਾ ਹੈ। ਅਸਲ ਵਿੱਚ ਸਿਆਸੀ ਲੋਕਾਂ ਨੂੰ ਭੁਲੇਖਾ, ਸਿਆਸੀ ਲੋਕਾਂ ਨੂੰ ਵੋਟਾਂ ਹੀ ਕਿਸਾਨ ਹੀ ਪਾਉਂਦੇ ਆ। ਜਿਹੜੇ ਸਾਡੇ ਨਾਲ ਮਜ਼ਦੂਰ ਆ, ਮਜ਼ਦੂਰਾਂ ਦੀਆਂ ਵੋਟਾਂ ਵੀ ਅਸੀਂ ਪਾਉਂਦੇ, ਇਹਨਾਂ ਦੇ ਝੋਲੇ ਵੀ ਅਸੀਂ ਚੁੱਕਦੇ ਆ ਪਿੰਡਾਂ ਦੇ ਵਿੱਚ। ਪਰ ਇਹ ਸਾਨੂੰ ਹੀ ਜ਼ਿਆਦਾ ਤੰਗ ਕਰਦੇ ਆ। ਇਹਨਾਂ ਦੇ ਵੀ ਬਾਰੇ ਕੁਛ ਨਾ ਕੁਛ ਸਾਡਾ ਰਣਨੀਤੀ ਤਿਆਰ ਹੋਣ ਦੀ, ਇਹਨਾਂ ਬਾਰੇ ਵੀ ਸੋਚਣਾ ਪਊਗਾ। ਇਹ ਸਿਆਸੀ ਲੀਡਰਾਂ ਦਾ ਜੇ ਇਹੋ ਰਵੱਈਆ ਰਿਹਾ ਤੇ ਫਿਰ ਇਹ ਸਿਆਸੀ ਲੀਡਰਾਂ ਦਾ ਇਹ ਇਲੈਕਸ਼ਨ ਦੇ ਵਿੱਚ ਕੁਛ ਨਾ ਕੁਛ ਇਹਨਾਂ ਦਾ ਵੀ ਰਣਨੀਤੀ ਤਿਆਰ ਕਰਾਂਗੇ ਇਹਨਾਂ ਵਾਸਤੇ ਵੀ ਇਹ ਇਹਨਾਂ ਨੂੰ ਵੀ ਪਿੰਡਾਂ 'ਚੋਂ ਕਿਹੜੇ ਤਰੀਕੇ ਨਾਲ ਭਜਾਇਆ ਜਾਵੇ। ਸੋ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਕਿਵੇਂ ਦੇਖਦੇ ਹੋ ਕਿ 4.5 ਸਾਲ ਦੇ ਕਰੀਬ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਹੋ ਗਏ, ਹੁਣ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਦੇ ਰਹੇ ਨੇ, ਪਰ ਇਸ ਗੰਨੇ ਦੇ ਰੇਟਾਂ ਨੂੰ ਲੈ ਕੇ ਕੋਈ ਹਾਲੇ ਤੱਕ ਬਿਆਨ ਨਹੀਂ ਆਇਆ ਉਹਨਾਂ ਦਾ। ਜਦੋਂ ਅਸੀਂ ਬੈਂਕ ਤੋਂ ਪੈਸੇ ਲੈਂਦੇ, ਬੈਂਕ ਵਿਆਜ ਲਾਉਂਦੀ ਆ। ਅਸੀਂ ਆੜ੍ਹਤੀਏ ਤੋਂ ਪੈਸੇ ਲੈਂਦੇ, ਆੜ੍ਹਤੀਆ ਸਾਨੂੰ ਵਿਆਜ ਲਾਉਂਦਾ। ਜੇ ਅਸੀਂ ਮਤਲਬ ਪੈਸੇ ਨਹੀਂ ਦਿੰਦੇ ਤਾਂ ਸਾਨੂੰ ਜੇਲ੍ਹ 'ਚ ਫੜ ਕੇ ਸੁੱਟਦੇ ਆ, ਤੇ ਇਹਨਾਂ ਤੇ ਕੋਈ ਜ਼ਾਬਤਾ ਨਹੀਂ ਹੈ। ਇਸ ਕਰਕੇ ਸਮਝਦੇ ਆ ਵੀ ਜਿਹੜਾ ਸਾਨੂੰ ਪੜ੍ਹਾਇਆ ਜਾ ਰਿਹਾ ਵੀ 2 ਕਾਨੂੰਨ ਆ, ਇਹਦਾ ਪੜ੍ਹਾਇਆ ਜਾ ਰਿਹਾ। ਦੂਜਾ ਕਹਿੰਦੇ ਵੀ ਲੋਕਤੰਤਰ ਆ, ਅਸਲੀ ਲੋਕਤੰਤਰ ਨਹੀਂ ਹੈ, ਇਹ ਜੋਗਤੰਤਰ ਆ। ਜੇ ਸੱਚੀ ਲੋਕਾਂ ਦਾ ਰਾਜ ਹੁੰਦਾ, ਸੱਚੀ ਮੁੱਚੀ ਲੋਕਾਂ ਦੀਆਂ ਵੋਟਾਂ ਨਾਲ ਇਹ ਬੇਈਮਾਨ ਬਣੇ ਹੁੰਦੇ, ਤੇ ਅੱਜ ਲੋਕਾਂ ਦੀ ਹਾਲਤ ਇਹ ਨਾ ਸੀ ਹੋਣੀ। ਕਿਸਾਨ ਮਜ਼ਦੂਰ ਅੱਜ ਮਰ ਰਹੇ ਆ, ਮਤਲਬ ਕਿੱਦਾਂ ਦੀਆਂ ਹਾਲਤਾਂ ਦੇ ਵਿੱਚੋਂ ਲੰਘ ਰਹੇ ਆ। ਤੇ 10 ਮਹੀਨੇ ਹੋ ਗਏ ਸਰਕਾਰ ਘੇਸਲ ਮਾਰ ਕੇ ਬੈਠੀ ਆ। ਤੁਸੀਂ ਦੇਖੋ 11 ਮਹੀਨੇ ਆ, ਪਹਿਲੀ ਤਰੀਕ ਨੂੰ ਹੋ ਜਾਣੇ 2 ਮਹੀਨੇ ਪੰਜਾਬ ਦੇ ਵਿੱਚ, 9 ਮਹੀਨੇ ਦਿੱਲੀ ਦੇ ਬਾਰਡਰ ਤੇ ਆ ਵਿੱਚੇ ਸਾਨੂੰ ਆਹ ਜਿਹੜੀ ਇੱਕ ਚੋਕ ਲਾਉਣੀ ਪੈ ਗਈ। ਚੋਕ ਕਹਿੰਦੇ ਹੁੰਦੇ ਚੂਲ ਜਦ ਠੋਕਦੇ ਆਪਾਂ ਮੰਜੇ ਦੇ ਵਿੱਚ, ਉਹ ਚੂਲ ਲਾਉਣੀ ਪੈ ਗਈ, ਕਿਉਂਕਿ ਸਾਡਾ ਗੰਨੇ ਦਾ ਬਕਾਇਆ ਪਿਛਲਾ ਸਾਡਾ ਕਿਸਾਨਾਂ ਦਾ ਖੜਾ ਆ, ਔਰ ਸਰਕਾਰ ਨੇ ਧੇਲਾ ਨਹੀਂ ਵਧਾਇਆ। ਆਪਣੀਆਂ ਤਨਖਾਹਾਂ ਭੱਤੇ ਜਿਹੜੇ ਕਹਿੰਦੇ ਰਾਜ ਨਹੀਂ ਸੇਵਾ ਚਾਹੀਦੀ ਆ, ਸੇਵਾ ਦੇ ਨਾਂ ਤੇ ਹੁਣ ਮੈਂ ਦੇਖ ਰਿਹਾ ਵੀ ਇੱਕ MLA ਨੂੰ ਟੈਲੀਫੋਨ ਦਾ ਤੁਹਾਡੇ ਮੀਡੀਆ ਵਾਲੇ ਨੇ ਪਾਇਆ ਆ ਵੀ 15,000 ਰੁਪਈਆ ਮਹੀਨਾ ਇੱਕ ਟੈਲੀਫੋਨ ਦਾ ਬਿੱਲ ਇੱਕ MLA ਲੈ ਰਿਹਾ 1 ਮਹੀਨੇ ਦਾ, ਜਦ ਕਿ ਤੁਸੀਂ 2500 ਰੁਪਏ ਦਾ ਕਾਰਡ ਪਵਾ ਲਓ, ਸਾਲ ਭਰ ਤੁਹਾਡਾ ਫੋਨ ਚੱਲ ਜਾਂਦਾ। ਇਹ 15,000 ਮਹੀਨੇ ਦੇ ਨਾਲ ਤੁਸੀਂ ਇਹਦਾ ਸਾਲ ਦੇ ਪੈਸੇ ਲਾ ਲਓ, ਇਹ ਤੁਸੀਂ ਉਸ ਤੋਂ ਬਾਅਦ 50 ਸਾਲਾਂ ਦੇ ਪੈਸੇ ਲਓ। ਕਿਵੇਂ ਇਹ ਤਾਂ ਮੈਂ ਇੱਕ ਉਦਾਹਰਨ ਦਿੱਤੀ ਆ, ਇਹ ਬਹੁਤ ਸਾਰੀਆਂ ਮੈਂ ਉਦਾਹਰਨਾਂ ਦੇ ਸਕਦਾ, ਇੱਥੇ ਘੰਟਾ ਬਹਿਸ ਕਰ ਸਕਦੇ ਆ, ਕਿਉਂਕਿ ਕਿੰਨੇ ਭੱਤੇ, ਕਿੰਨੀਆਂ ਤਨਖਾਹਾਂ, ਕਿੰਨੀਆਂ ਪੈਨਸ਼ਨਾਂ ਨੇ ਲੋਕਾਂ ਦੀਆਂ। ਜੇ 10 ਪੈਨਸ਼ਨਾਂ ਇਹਨਾਂ ਨੂੰ ਮਿਲ ਸਕਦੀਆਂ, ਆ ਕਿਸਾਨਾਂ ਨਾਲ ਕਿਉਂ ਮਤਰਾਈ ਮਾਲ ਰਸਤਾ ਆ, ਜਿਨ੍ਹਾਂ ਨੇ ਇਸ ਮੁਲਕ ਦਾ ਢਿੱਡ ਭਰਿਆ। ਜਦੋਂ ਇਹ ਝੋਲੀ ਫੜ ਕੇ ਮੰਗਣ ਤੁਰੇ ਸੀ ਵੀ ਵਿਦੇਸ਼ਾਂ ਦੇ ਵਿੱਚੋਂ ਕਣਕ ਲੈ ਕੇ ਆਉਂਦੇ ਸੀ, ਉਹਨਾਂ ਦੀਆਂ ਝੋਲੀਆਂ ਡੜ ਕੇ ਤੁਰੇ ਫਿਰਦੇ ਸੀ। ਸਾਡੇ ਕਿਸਾਨਾਂ ਨੇ ਆਪਣਾ ਆਪ ਗਵਾ ਲਿਆ ਆ ਹਰੀ ਕ੍ਰਾਂਤੀ ਦੇ ਨਾਂ ਤੇ ਅਸੀਂ ਬਿਮਾਰੀਆਂ ਦਾ ਟੋਕਰਾ ਵੀ ਪੰਜਾਬ 'ਚ ਲੈ ਆਂਦਾ, ਤੇ ਅਸੀਂ ਅੱਜ ਵਾਧੂ 'ਚ ਵੀ ਹੋ ਗਏ। ਜਿਹੜੇ ਕਹਿੰਦੇ ਜੈ ਕਿਸਾਨ ਜੈ ਜਵਾਨ ਦਾ ਨਾਰਾ ਦਿੱਤਾ ਸੀ, ਅੱਜ ਸਾਡੇ ਜਵਾਨ ਵੀ ਮਰ ਰਹੇ ਆ ਬਾਰਡਰਾਂ ਤੇ, ਸਾਡਾ ਕਿਸਾਨ ਖੇਤਾਂ 'ਚ ਮਰ ਰਿਹਾ। ਅਕਾਲੀ ਕਾਂਗਰਸੀ ਜਿੰਨੇ ਵੀ ਇਹ ਰਾਜ ਕਰਦੀਆਂ ਪਾਰਟੀਆਂ ਆ, ਇਹ ਸਾਰੀਆਂ ਇੱਕੋ ਹੀ ਆ। ਹੁਣ ਇਹਨਾਂ ਨੂੰ ਸਵਾਲ ਸਾਡਾ ਇਹ ਆ ਕਿਸਾਨਾਂ ਦਾ ਵੀ ਜੇ ਸੱਚੀ ਮੁੱਚੀ ਤੁਸੀਂ ਕਿਸਾਨਾਂ ਦੀਆਂ ਪਾਰਟੀਆਂ, ਅਸੀਂ ਮੰਨ ਲੈਂਦੇ ਆ ਵੀ ਸੱਚੀ ਮੁੱਚੀਆਂ, ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਲਿਖੋ ਵੀ ਜੇ ਸਾਡੀ ਸਰਕਾਰ ਬਣ ਜਾਵੇ ਵੀ ਜਿਹੜਾ ਮਤਲਬ ਸਰਕਾਰੀ ਮਹਿਕਮੇ ਕਮਜ਼ੋਰ ਹੋਇਆ, ਪ੍ਰਾਈਵੇਟ ਮਹਿਕਮੇ ਜਿਹੜੇ ਉਹ ਛਾਲਾਂ ਮਾਰ ਕੇ ਤਾਂ ਨੂੰ ਬਦ, ਚਾਹੇ ਉਹ ਸਾਡਾ ਜਿਹੜਾ ਸਿੱਖਿਆ ਦਾ ਖੇਤਰ ਆ, ਉਹਦੇ ਵਿੱਚ ਸਰਕਾਰੀ ਸਕੂਲ ਫੇਲ ਕੀਤੇ ਜਾਣ ਬੁੱਝ ਕੇ, ਪ੍ਰਾਈਵੇਟ ਸਕੂਲਾਂ ਦੀਆਂ ਬਿਲਡਿੰਗਾਂ ਬਹੁਤ ਵੱਡੀਆਂ ਬਣੀਆਂ, ਉਹ ਸਾਡੇ ਲੋਕਾਂ ਦੀ ਲੁੱਟ ਹੋਈ ਆ। ਸਾਡੇ ਬਜ਼ੁਰਗਾਂ ਦਾ ਸਾਡਾ ਪੈਸਾ ਲੁੱਟ ਕੇ ਉਹ ਬਿਲਡਿੰਗਾਂ ਬਣੀਆਂ, ਉਹ ਐਲਾਨ ਕਰਨ ਵੀ ਉਹ ਅਸੀਂ ਬਿਲਡਿੰਗ ਜਿਹੜੀ ਆ ਉਹਦਾ ਅਸੀਂ ਸਰਕਾਰੀਕਰਨ ਕਰਾਂਗੇ, ਉਹ ਕਿਉਂਕਿ ਸਾਡੇ ਪੈਸੇ ਨਾਲ ਬਣੀਆਂ। ਇਹ ਐਲਾਨ ਕਰਨ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਆ, ਲੋਕਾਂ ਦੀ ਲੁੱਟ ਨਾ ਬਣੇ ਆ ਵੀ ਉਹਦਾ ਅਸੀਂ ਸਰਕਾਰੀਕਰਨ ਕਰਾਂਗੇ। ਜਿੰਨੇ ਵੀ ਸੜਕਾਂ ਦੇ ਟੂਲ ਪਲਾਜ਼ੇ ਲਾਏ ਆ, ਇਹ ਸਾਰੇ ਕਹਿਣ ਵੀ ਟੂਲ ਪਲਾਜ਼ਿਆਂ ਦਾ ਹੀ ਸਰਕਾਰੀਕਰਨ ਕਰਾਂਗੇ। ਇਹ ਸਰਕਾਰ ਮੰਤਰੀ ਕੀ ਕਰਨ ਨੂੰ ਬਣਾਇਆ? ਇਹ ਸਿੱਖਿਆ ਮੰਤਰੀ ਆ,
ਇਹ ਮਤਲਬ ਜਿਹੜਾ ਮੈਡੀਕਲ ਮੰਤਰੀ ਆ ਜੀ, ਇਹ ਜਿਹੜਾ ਸੜਕਾਂ ਦਾ ਮੰਤਰੀ ਹੈ, ਇਹ ਬੱਗ ਮੰਤਰੀਆਂ ਦਾ ਜਿਹੜਾ ਸਾਡੇ ਸਰਾਣੇ ਵੱਧਾ ਆ, ਜਿਹੜੇ ਕਰੋੜਾਂ ਰੁਪਏ ਲੈ ਕੇ ਢਕਾਰ ਮਾਰੀ ਜਾਂਦੇ ਆ। ਜੇ ਇਹ ਨਹੀਂ ਲੋਕਾਂ ਨੂੰ ਸਿੱਖਿਆ ਨਹੀਂ ਦੇਣੀ, ਇਹ ਨਹੀਂ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਦੇਣੀਆਂ, ਇਹ ਮੰਤਰੀਆਂ ਤੋਂ ਵੀ ਕੀ ਕਰਾਉਣਾ ਬਈ। ਸਾਡੇ ਨਾਲ ਹੋਰ ਵੀ ਕਿਸਾਨ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੱਲ ਜਿਵੇਂ ਰੱਖੜੀ ਦਾ ਤਿਉਹਾਰ ਹੈ, ਇੱਥੇ ਆਪਣੀਆਂ ਭੈਣਾਂ ਵੀ ਆਉਂਦੀਆਂ ਨੇ, ਸਾਰੇ ਕਿਸਾਨੀ ਅੰਦੋਲਨ ਦੇ ਵਿੱਚ ਸਮਰਥਨ ਦੇ ਰਹੇ ਨੇ। ਕਾਫੀ ਰਸ਼ ਹੈ ਇੱਥੇ। ਕੱਲ ਸਾਰੇ ਕਿਸਾਨ ਵੀਰ ਜਾਣਗੇ ਆਪਣੀਆਂ ਘਰਾਂ ਦੇ ਵਿੱਚ ਆਪਣੀਆਂ ਭੈਣਾਂ ਕੋਲ ਰੱਖੜੀਆਂ ਬਣਾਉਣ। ਨਹੀਂ ਦੇਖੋ, ਰੱਖੜੀ ਦਾ ਬੇਸ਼ੱਕ ਤਿਉਹਾਰ ਆ। ਅਸੀਂ ਹਰ ਇੱਕ ਤਿਉਹਾਰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੇ ਉੱਥੇ ਮਨਾਇਆ, ਉਹ ਚਾਹੇ ਕੋਈ ਵੀ, ਕਿਉਂਕਿ ਪੰਜਾਬੀਆਂ ਦਾ ਤਿਉਹਾਰਾਂ ਨਾਲ ਬਹੁਤ ਗੂੜਾ ਰਿਸ਼ਤਾ ਹੈ। ਪੰਜਾਬ ਇੱਕ ਤਿਉਹਾਰਾਂ ਦਾ ਇੱਕ ਪ੍ਰਦੇਸ਼ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ। ਪਰ ਹੁਣ ਜਿਹੜਾ ਮਸਲਾ ਉਹ ਸਾਡੀ ਰੋਜੀ ਰੋਟੀ ਦਾ ਮਸਲਾ, ਜੇ ਅਸੀਂ ਆਪਣੇ ਪੈਰ ਸਿਰ ਹੋਵਾਂਗੇ ਤਿਉਹਾਰ ਵੀ ਫੇਰ ਹੀ ਮਨਾਉਂਦੇ ਸੋਹਣੇ ਲੱਗਦੇ ਆ। ਤੇ ਸਰਕਾਰਾਂ ਸਾਨੂੰ ਇਸ ਹਾਲਾਤ ਤੱਕ ਸਾਨੂੰ ਕਮਜ਼ੋਰ ਕਰਨ ਤੇ ਤੁਲੀਆਂ ਹੋਈਆਂ ਕਿ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਤੇ ਤੁਲੀਆਂ ਹੋਈਆਂ। ਅਸੀਂ ਗੁਲਾਮ ਆਜ਼ਾਦੀ ਦੀ ਲੜਾਈ ਇੱਕ ਤਰ੍ਹਾਂ ਨਾਲ ਲੜ ਰਹੇ ਹਾਂ। ਤੇ ਇਹ ਤਿਉਹਾਰ ਜਿਹੜੇ ਨੇ ਆਉਂਦੇ ਜਾਂ ਰਹਿੰਦੇ ਨੇ। ਅੱਜ ਆਇਆ, ਆਉਂਦੇ ਸਾਲ ਨੂੰ ਰੱਖੜੀ ਦਾ ਤਿਉਹਾਰ ਫੇਰ ਆਉਣਾ। ਔਰ ਸਾਡੀਆਂ ਭੈਣਾਂ ਬਹੁਤ ਸਾਰੀਆਂ ਤਾਂ ਬੀਬੀਆਂ ਇੱਥੇ ਵੀ ਮੌਜੂਦ ਨੇ। ਔਰ ਜਿਹੜਾ ਰੱਖੜੀ ਦਾ ਤਿਉਹਾਰ ਆ ਉਹ ਅਸੀਂ ਇੱਥੇ ਧਰਨੇ ਵਿੱਚ ਹੀ ਮਨਾਵਾਂਗੇ, ਜਿਵੇਂ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੇ ਹਰ ਇੱਕ ਤਿਉਹਾਰ ਮਨਾਇਆ। ਉਹੋ ਹੀ ਅੱਜ ਮੋਰਚਾ ਸਾਡਾ ਇੱਥੇ ਜਲੰਧਰ ਵਿੱਚ ਲੱਗਾ ਹੋਇਆ। ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ, ਕਿਉਂਕਿ ਜਿਹੜਾ ਗੰਨੇ ਦਾ ਰੇਟ ਆ ਮੇਰਾ ਖਿਆਲ ਪਿਛਲੇ 4 ਸਾਲ ਤੋਂ 10 ਰੁਪਏ ਤੋਂ ਵੱਧ ਨਹੀਂ ਹੋਇਆ, ਤੇ ਜਦ ਕਿ ਇਹਨਾਂ ਦਾ ਸੀਗਾ ਕਿ ਅਸੀਂ 10 ਜਾਂ 20 ਰੁਪਏ ਹਰ ਇੱਕ ਸਾਲ ਵਧਾਇਆ ਕਰਾਂਗੇ। ਕੈਪਟਨ ਸਰਕਾਰ ਨੇ ਆਉਂਦਿਆਂ ਸਾਰ 10 ਰੁਪਏ ਰੇਟ ਦਾ ਵਾਧਾ ਕੀਤਾ, ਤੇ ਹੁਣ 15 ਰੁਪਏ ਵਾਧਾ ਤਾਂ ਕੀਤਾ ਕਿ ਜਦੋਂ ਪਤਾ ਲੱਗਾ ਕਿ ਕਿਸਾਨ ਜਲੰਧਰ ਵਿੱਚ ਜਾਮ ਕਰ ਰਹੇ ਨੇ। ਸੋ ਸਾਨੂੰ ਇਹ 15 ਰੁਪਏ ਦਾ ਮਾਮੂਲੀ ਵਾਧਾ ਮਨਜ਼ੂਰ ਨਹੀਂ ਹੈ। ਜਿੰਨਾ ਚਿਰ ਸਰਕਾਰ ਘੱਟੋ ਘੱਟ ਹਰਿਆਣੇ ਦੇ, ਕਿਉਂਕਿ ਹਰਿਆਣੇ ਵਿੱਚ ਸਾਡਾ ਗਵਾਂਢੀ ਸੂਬਾ, ਉੱਥੇ 358 ਰੁਪਏ ਗੰਨੇ ਦਾ ਰੇਟ ਆ। ਔਰ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਉਹਦੇ ਅਨੁਸਾਰ ਸਾਡਾ ਰੇਟ 766 ਰੁਪਏ ਬਣਦਾ, ਤੇ 350 ਰੁਪਏ ਸਾਡਾ ਲਾਗਤ ਰੇਟ ਆ। ਗੰਨੇ ਨੂੰ ਪੈਦਾ ਕਰਨ ਤੇ ਸਾਡਾ 350 ਰੁਪਏ ਖਰਚ ਆਉਂਦਾ। ਸਾਨੂੰ ਘਰੇ ਨਹੀਂ ਕੁਝ ਬਚਦਾ ਜੇ ਸਰਕਾਰ 350 ਰੁਪਈਆ ਸਾਡਾ ਰੇਟ ਕਰਦੀ ਆ, ਤੇ ਸਾਡੇ ਘਰੇ ਕੁਝ ਨਹੀਂ ਆਉਂਦਾ। ਉਹ ਸਾਡੀ ਉਹ ਗੰਨੇ ਨੂੰ ਪਾਲਣ ਤੇ ਜਿਹੜੀ ਖਰਚ ਆਉਂਦਾ ਉਹੋ ਹੀ ਸਰਕਾਰ ਪੇ ਕਰ ਰਹੀ ਆ। ਔਰ ਅਸੀਂ ਇਸ ਦੇਸ਼ ਵਿੱਚ ਇੱਕ ਕਿਸਾਨ ਹੀ ਇਹੋ ਜਿਹਾ ਜਿਹੜਾ ਆਪਣਾ ਮੁਨਾਫਾ ਛੱਡ ਕੇ ਕਹਿ ਰਿਹਾ ਕਿ ਹੱਥ ਜੋੜਿਆ, ਤੁਸੀਂ ਕਿਰਪਾ ਕਰਕੇ ਮੈਨੂੰ ਜਿਹੜਾ ਲਾਗਤ ਰੇਟ ਆ ਉਹੀ ਦੇ ਦਿਓ, ਤੇ ਸਰਕਾਰਾਂ ਉਹ ਦੇਣ ਨੂੰ ਤਿਆਰ ਨਹੀਂ। ਤੇ ਤੁਹਾਡਾ ਜਿਹੜਾ ਸਵਾਲ ਸੀ ਕਿ ਰੱਖੜੀ ਦਾ ਤਿਉਹਾਰ ਅਸੀਂ ਇਸੇ ਤਰ੍ਹਾਂ ਇੱਥੇ ਅੰਦੋਲਨ ਕਰਦੇ ਹੋਏ ਉਹ ਮਨਾਵਾਂਗੇ। ਕਿਵੇਂ ਦੇਖਦੇ ਹੋ ਕਿ ਕਿਸਾਨਾਂ ਨੂੰ ਅੰਨਦਾਤਾ ਵੀ ਕਿਹਾ ਗਿਆ ਹੈ ਕਿ ਦੇਸ਼ ਦਾ ਢਿੱਡ ਭਰਦੇ ਨੇ ਜ਼ਮੀਨ 'ਚੋਂ ਅੰਨ ਉਗਾ ਕੇ, ਉਹ ਸੜਕਾਂ ਦੇ ਉੱਤੇ ਰੋਲ ਰਿਹਾ ਹੈ, ਤੇ ਸਿਆਸੀ ਲੋਕ ਜੋ ਕਿ ਕਿਸਾਨਾਂ ਦੇ ਉੱਤੇ ਵੀ ਸਿਆਸਤ ਕਰ ਰਹੇ ਨੇ। ਸੈਂਟਰ ਗਵਰਨਮੈਂਟ ਵੀ ਕਹਿ ਰਹੀ ਹੈ ਕਿ ਅਸੀਂ ਤਿੰਨੇ ਕਾਲੇ ਕਾਨੂੰਨ ਵੀ ਨਹੀਂ ਵਾਪਸ ਕਰਨੇ। ਉਹਦੇ ਬਾਅਦ ਪੰਜਾਬ ਸਰਕਾਰ ਦੇ ਨਾਲ ਵੀ ਮੱਥਾ ਲੱਗ ਗਿਆ ਹੈ ਕਿ ਗੰਨੇ ਦੇ ਰੇਟਾਂ ਨੂੰ ਲੈ ਕੇ ਕਿਉਂ ਨਹੀਂ ਸਰਕਾਰ ਕਿਸਾਨਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੀ, ਆਮ ਪਬਲਿਕ ਵੱਲ ਕਿਉਂ ਨਹੀਂ ਧਿਆਨ ਦੇ ਰਹੀ। ਸਿਰਫ ਇਹਨਾਂ ਨੂੰ ਇਹ ਚੀਜ਼ ਹੈਗੀ ਹੈ ਕਿ ਇਹਨਾਂ ਦੀਆਂ ਪੈਨਸ਼ਨਾਂ ਲੱਗ ਜਾਂਦੀਆਂ ਨੇ, ਚਾਹੇ ਇੱਕ ਵਾਰੀ ਐਮਐਲਏ ਲੱਗ ਜਾਣ, ਚਾਹੇ 2 ਵਾਰੀ ਹੋ ਜਾਣ, ਐਮਪੀ ਬਣ ਜਾਣ, ਉਹ ਵੱਖਰੀ ਪੈਨਸ਼ਨ ਇਹਨਾਂ ਨੂੰ ਲੱਗ ਜਾਂਦੀ ਹੈ। ਆਮ ਪਬਲਿਕ ਨੂੰ ਕਿਉਂ ਨਹੀਂ ਫੈਸਿਲਿਟੀ ਦਿੱਤੀ ਜਾਂਦੀ? ਦੇਖੋ, ਇਹ ਲੜਾਈ ਕਿਸੇ ਸਰਕਾਰ ਦੇ ਖਿਲਾਫ ਨਹੀਂ। ਇਹ ਕਿ ਜੇ ਅਸੀਂ ਕਹਿ ਲਈਏ ਕਿ ਅਸੀਂ ਬੀਜੇਪੀ ਸਰਕਾਰ ਦੇ ਖਿਲਾਫ ਲੜ ਰਹੇ ਹਾਂ, ਨਹੀਂ। ਇਹ ਸਰਕਾਰ ਇੱਥੋਂ ਦੇ ਭ੍ਰਿਸ਼ਟ ਹੋ ਚੁੱਕੇ ਸਿਸਟਮ ਖਿਲਾਫ ਅਸੀਂ ਲੜ ਰਹੇ ਹਾਂ। ਉਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਰੂਪ ਇੱਕੋ ਆ, ਉਹ ਹੈ ਕਿ ਦੇਸ਼ ਦੀ ਜਨਤਾ ਨੂੰ, ਇੱਥੋਂ ਦੇ ਕਿਸਾਨ ਨੂੰ, ਇੱਥੋਂ ਦੇ ਮਜ਼ਦੂਰ ਨੂੰ ਲਤਾੜ ਕੇ ਉਹਨੂੰ ਉਹਦਾ ਜੀਵਨ ਪੱਧਰ ਹੇਠਲੇ ਲੈਵਲ ਦਾ ਕਿਵੇਂ ਬਣਾਉਣਾ। ਸਾਡੀ ਲੜਾਈ ਇਹ ਸਿਸਟਮ ਖਿਲਾਫ ਆ। ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ ਸਾਡੇ ਸੰਵਿਧਾਨ, ਦੇਖੋ ਸੰਵਿਧਾਨ ਦਾ ਮੂਲ ਰੂਪ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਚਹੇਤਿਆਂ ਨੂੰ ਫਾਇਦੇ ਬਚਾਉਣ ਲਈ ਬਦਲਿਆ। ਅੱਜ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਨੇ ਬਹੁਤ ਵਧੀਆ ਸੰਵਿਧਾਨ ਦਿੱਤਾ ਸੀ। ਉਹਦੇ ਵਿੱਚ ਲਚਕੀਲਾਪਨ ਤਾਂ ਦਿੱਤਾ ਸੀ ਕਿ ਕਿਸੇ ਨਾਲ ਬੇਇਨਸਾਫੀ ਨਾ ਹੋਵੇ, ਤੇ ਇਹਨਾਂ ਨੇ ਉਹ ਲਚਕੀਲੇਪਨ ਦਾ ਆਪਣੇ ਚਹੇਤਿਆਂ ਨੂੰ ਫਾਇਦਾ ਬਚਾਉਣ ਲਈ ਕਿਵੇਂ ਕੀਤਾ ਕਿ ਤੁਸੀਂ ਲੋਕਤੰਤਰਿਕ ਦੇਸ਼ ਕਹਿੰਦੇ ਹੋ। ਇੱਥੇ ਇਹੋ ਜਿਹੇ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਬਿਨਾਂ ਇਲੈਕਸ਼ਨ ਤੋਂ ਉਹ ਪ੍ਰਧਾਨ ਮੰਤਰੀ ਬਣੇ ਨੇ। ਔਰ ਉੱਚ ਅਹੁਦਿਆਂ ਤੇ ਮੈਂ ਤੁਹਾਨੂੰ ਮਨਮੋਹਨ ਸਿੰਘ, ਅਰੁਣ ਜੇਤਲੀ, ਡਾਕਟਰ ਪੁਰੀ ਦਾ ਮੈਂ ਦੱਸ ਦਿੰਦਾ ਕਿ ਜਿਹੜੇ ਹਾਰ ਚੁੱਕੇ, ਜਿਹੜੇ ਲੋਕਤੰਤਰਿਕ ਤਰੀਕੇ ਨਾਲ ਹਾਰ ਚੁੱਕੇ ਸਨ, ਇਹਨਾਂ ਨੇ ਸੰਵਿਧਾਨ ਦੇ ਲਚਕੀਲੇਪਨ ਦਾ ਫਾਇਦਾ ਉਠਾਉਂਦਿਆਂ ਆਪਣੇ ਚਹੇਤਿਆਂ ਨੂੰ ਉੱਚ ਅਹੁਦਿਆਂ ਤੇ ਬਿਠਾ ਲਿਆ। ਸੋ ਸਾਡੀ ਲੜਾਈ ਬੀਜੇਪੀ, ਕਾਂਗਰਸ, ਅਕਾਲੀਆਂ ਖਿਲਾਫ ਨਹੀਂ, ਇਹ ਜਿਹੜਾ ਭ੍ਰਿਸ਼ਟ ਹੋ ਚੁੱਕਾ ਸਿਸਟਮ ਆ ਉਹਦੇ ਖਿਲਾਫ ਹੈ। ਤੇ ਸਾਡੀ ਲੜਾਈ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਇਸ ਦੇਸ਼ ਵਿੱਚ ਉਹ ਇੱਕ ਜਿਹੜਾ
ਜਿਹਨੂੰ ਲੋਕਤੰਤਰ ਕਹਿੰਦੇ ਆ, ਜਿਹਨੂੰ ਡੈਮੋਕ੍ਰੇਸੀ ਕਹਿੰਦੇ ਆ, ਉਹ ਅਸਲੀਅਤ ਵਿੱਚ ਉਹ ਡੈਮੋਕ੍ਰੇਸੀ ਬਹਾਲ ਨਹੀਂ ਹੋ ਜਾਂਦੀ। ਅਸੀਂ ਲੜਾਈ ਇਸ ਦੇਸ਼ ਦੇ ਡੈਮੋਕ੍ਰੈਟਿਕ ਢਾਂਚੇ ਨੂੰ ਬਚਾਉਣ ਦੀ ਲੜ ਰਹੇ ਆ। ਦੇਖੋ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਅਸੀਂ ਕਹਿ ਰਹੇ ਹਾਂ ਅਸੀਂ ਬੀਜੇਪੀ ਦਾ ਵੀ ਬਾਈਕਾਟ ਕਰਾਂਗੇ, ਅਸੀਂ ਅਕਾਲੀਆਂ ਦਾ ਵੀ ਕਰਾਂਗੇ ਤੇ ਅਸੀਂ ਕਾਂਗਰਸ ਦਾ ਵੀ ਕਰਾਂਗੇ, ਪਰ ਲੋਕਾਂ ਨੂੰ ਆਲਟਰਨੇਟਿਵ ਕੀ ਦਿਓਗੇ ਤੁਸੀਂ ਕਿ ਵੋਟ ਕਿਹਨੂੰ ਪਾਉਣ? ਆਖਰ ਤਾਂ ਅਸੀਂ ਇਸ ਸਿਸਟਮ ਦਾ ਹਿੱਸਾ ਆ ਨਾ। ਜਾਂ ਤਾਂ ਲੋਕਾਂ ਨੂੰ ਆਲਟਰਨੇਟਿਵ ਦਈਏ, ਉਹਨਾਂ ਨੂੰ ਇੱਕ ਬਦਲ ਦਈਏ, ਤੇ ਜੇ ਨਹੀਂ ਤਾਂ ਹਰ ਇੱਕ ਦਾ ਜਿਹੜਾ ਵਿਰੋਧ ਆ, ਜੇ ਅਸੀਂ ਲੋਕਤੰਤਰਿਕ ਢਾਂਚੇ ਵਿੱਚ ਰਹਿੰਦੇ ਆ, ਉਹ ਮੇਰੇ ਖਿਆਲ ਨਾਲ ਉਹ ਨਹੀਂ, ਚੰਗੇ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਆ। ਉਹ ਜਾਂ ਤਾਂ ਅਸੀਂ ਲੋਕਾਂ ਨੂੰ ਇੱਕ ਬਦਲ ਦਈਏ ਕਿ ਨਹੀਂ ਇਹਨਾਂ ਦਾ ਤਾਂ ਬਾਈਕਾਟ ਕਰ ਦਿਓ, ਆਪਾਂ ਇੱਧਰ ਜਾਣਾ, ਤੇ ਜੇ ਆਪਾਂ ਸਾਰਿਆਂ ਦਾ ਕਰਾਂਗੇ ਉਹਦੇ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਆਪਣਾ ਸਿਆਸੀ ਲਾਹਾ ਲੈ ਸਕਦੀ ਆ। ਸੋ ਸਾਡੀ ਲੜਾਈ ਤਾਂ ਇਸ ਦੇਸ਼ ਦੇ ਲੋਕਤੰਤਰਿਕ ਢਾਂਚੇ ਨੂੰ ਤੇ ਆਪਣੀ ਰੋਜੀ ਰੋਟੀ ਨੂੰ ਬਚਾਉਣ ਲਈ ਲੜਾਈ ਆ, ਉਹ ਸਾਡੀ ਜਾਰੀ ਰਹੇਗੀ ਜਿੰਨਾ ਚਿਰ ਤੇ ਜਿਵੇਂ 2022 ਦੇ ਵਿੱਚ ਇਲੈਕਸ਼ਨ ਨੇ, ਜਿਵੇਂ ਬੀਜੇਪੀ ਦਾ ਵੀ ਬਾਈਕਾਟ ਕੀਤਾ ਗਿਆ, ਅਕਾਲੀ ਦਲ ਦਾ ਵੀ ਕੀਤਾ ਗਿਆ, ਹੁਣ ਕਾਂਗਰਸ ਦਾ ਵੀ, ਜੇ ਆਹ ਹੱਲ ਨਹੀਂ ਹੁੰਦਾ ਕਾਂਗਰਸ ਦਾ ਵੀ ਹੋਏਗਾ। ਕੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਨੁਮਾਇੰਦੇ ਖੜੇ ਕੀਤੇ ਜਾਣਗੇ ਜਾਂ ਆਪਣੀ ਸਰਕਾਰ ਬਣਾਉਣ ਦੇ ਲਈ? ਦੇਖੋ ਸੰਯੁਕਤ ਮੋਰਚੇ ਦੀ ਕਾਲ ਨਹੀਂ ਆ ਕਿ ਸਾਰਿਆਂ ਦਾ ਤੁਸੀਂ ਬਾਈਕਾਟ ਕਰਨਾ। ਸੰਯੁਕਤ ਮੋਰਚੇ ਦੀ ਕਾਲ ਹੈ ਕਿ ਸਿਰਫ ਆਪਾਂ ਬੀਜੇਪੀ ਦਾ ਬਾਈਕਾਟ ਕਰਨਾ, ਔਰ ਜਿਹੜੇ ਪਿੰਡਾਂ ਵਿੱਚ ਹਰ ਇੱਕ ਦਾ ਵਿਰੋਧ ਹੋ ਰਿਹਾ, ਉਹ ਸਾਡੇ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਹੁਤ ਵੱਡਾ ਖਤਰਾ ਬਣ ਰਿਹਾ ਆਉਣ ਵਾਲੇ ਦਿਨਾਂ ਵਿੱਚ। ਅਸੀਂ ਆਪਣੇ ਹਲਕੇ ਵਿੱਚ ਇਸੇ ਲੈ ਕੇ, ਕਿਉਂਕਿ ਪਿੰਡਾਂ ਵਿੱਚ ਕਿਤੇ ਨਾ ਕਿਤੇ ਲੋਕ ਜੁੜੇ ਹੋਏ ਨੇ ਸਿਆਸੀ ਪਾਰਟੀਆਂ ਨਾਲ, ਤੇ ਉਹ ਸਾਡੇ ਅੰਦੋਲਨ ਵਿੱਚ ਵੀ ਸ਼ਮੂਲੀਅਤ ਕਰ ਰਹੇ ਨੇ, ਕਿਉਂਕਿ ਇਹ ਅੰਦੋਲਨ ਲੋਕਾਂ ਦਾ ਹੈ, ਕਿਸੇ ਲੀਡਰਾਂ ਦਾ ਨਹੀਂ। ਤੇ ਜਿਹੜੀ ਆਜ਼ਾਦੀ ਤੋਂ ਬਾਅਦ ਚ ਲੋਕ ਕਿਤੇ ਨਾ ਕਿਤੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨੇ, ਤਾਂ ਉਹ ਧੜੇਬੰਦੀਆਂ ਜਦੋਂ ਪਿੰਡਾਂ ਵਿੱਚ ਇਹੋ ਜਿਹਾ ਮਾਹੌਲ ਕ੍ਰੀਏਟ ਹੋਵੇਗਾ ਤਾਂ ਉਹ ਖਤਰਨਾਕ ਹੈ। ਸੰਯੁਕਤ ਮੋਰਚੇ ਦੀ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਨ ਦੀ ਕਾਲ ਨਹੀਂ, ਸਿਰਫ ਬੀਜੇਪੀ ਦੀ ਬਾਈਕਾਟ ਕਰਨ ਦੀ ਕਾਲ ਹੈ। ਸੋ ਇਸੇ ਦੇ ਮੱਦੇਨਜ਼ਰ ਹਰ ਇੱਕ ਪਿੰਡਾਂ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਉਹ ਪਹਿਲ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਦੇਣ ਤੇ ਬੀਜੇਪੀ ਦਾ ਬਾਈਕਾਟ ਕਰਨ। ਬਾਕੀ ਪਾਰਟੀਆਂ ਨਾਲ ਸਵਾਲ ਜਵਾਬ ਹੋ ਸਕਦੇ ਨੇ, ਸਿਰਫ ਬਾਈਕਾਟ ਸਿਰਫ ਬੀਜੇਪੀ ਦਾ। ਅਸੀਂ ਕੱਲ ਜਲੰਧਰ ਕੈਂਟ ਹਲਕੇ ਵਿੱਚ ਲਗਭਗ ਸਾਰੇ ਪਿੰਡਾਂ ਵਿੱਚ ਬੀਜੇਪੀ ਦੇ ਬਾਈਕਾਟ ਦੇ ਹਰ ਇੱਕ ਪਿੰਡ ਵਿੱਚ ਬੈਨਰ ਲਾ ਰਹੇ ਆ। ਉਹ ਹਰ ਇੱਕ ਪਿੰਡ ਵਿੱਚ ਤੁਹਾਨੂੰ ਕੱਲ ਦੇਖਣ ਨੂੰ ਮਿਲਣਗੇ ਕਿ ਬੀਜੇਪੀ ਦਾ ਬਾਈਕਾਟ, ਬਾਕੀ ਪਾਰਟੀਆਂ ਨੂੰ ਸਵਾਲ। ਇਸੇ ਨੂੰ ਲੈ ਕੇ ਅਸੀਂ ਜਲੰਧਰ ਕੈਂਟ ਹਲਕੇ ਵਿੱਚ ਕੱਲ ਪੂਰੇ ਪਿੰਡਾਂ ਵਿੱਚ ਬੈਨਰ ਲਾ ਰਹੇ ਹਾਂ ਜੀ। ਜੋ ਤਿੰਨੇ ਕਾਲੇ ਕਾਨੂੰਨ ਨੇ ਉਹ ਵਾਪਸ ਹੋਣ। ਹੁਣ ਪੰਜਾਬ ਸਰਕਾਰ ਦੇ ਨਾਲ ਆਪਣੇ ਜੋ ਗੰਨੇ ਦੇ ਰੇਟਾਂ ਨੂੰ ਲੈ ਕੇ ਪੱਕੇ ਤੌਰ ਦੇ ਉੱਤੇ ਧਰਨਾ ਐਲਾਨ ਕਰ ਦਿੱਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਗੰਨੇ ਦੇ ਰੇਟਾਂ ਨੂੰ ਲੈ ਕੇ ਕੀ ਐਕਸ਼ਨ ਲੈਂਦੀ ਹੈ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.